ਹੈਲੋ ਸਟੂਡੈਂਟਸ। ਸੋ ਅੱਜ ਅਸੀਂ ਅਪਲਾਈਡ ਮਕੈਨਿਕਸ ਦੇ ਰਿਲੇਟਡ ਜੋ ਅਸੀਂ ਪਿੱਛੇ ਡੈਫੀਨੇਸ਼ਨਸ ਕਰਦੇ ਆ ਰਹੇ ਹਾਂ ਉਹਨਾਂ ਨੂੰ ਹੀ ਆਪਾਂ ਅੱਗੇ ਵਧਾਉਂਦੇ ਹਾਂ। ਸੋ ਨੈਕਸਟ ਸਾਡੀ ਡੈਫੀਨੇਸ਼ਨ ਹੈਗੀ ਆ ਡਿਸਪਲੇਸਮੈਂਟ। ਸੋ ਡਿਸਪਲੇਸਮੈਂਟ ਕੀ ਆ ਅਤੇ ਆਪਾਂ ਇਹਨੂੰ ਕਿਸ ਤਰ੍ਹਾਂ ਡਿਫਾਈਨ ਕਰਦੇ ਹਾਂ। ਹੁਣ ਡਿਸਪਲੇਸਮੈਂਟ ਨੂੰ ਆਪਾਂ ਡਿਫਾਈਨ ਕਰਨ ਦੇ ਲਈ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਸਪੋਜ਼ ਕੋਈ ਵਾਹੀਕਲ ਆ, ਉਹ ਮੂਵ ਕਰ ਰਿਹਾ ਆ 20 ਕਿਲੋਮੀਟਰ ਇੱਕ ਡਾਇਰੈਕਸ਼ਨ ਵਿੱਚ ਮੂਵ ਕਰ ਰਿਹਾ ਆ, ਠੀਕ ਹੈ ਜੀ। ਜੇ ਤਾਂ ਆਪਾਂ ਕਹੀਏ ਕਿ ਉਹ ਜਿਹੜਾ ਵਾਹੀਕਲ ਆ ਉਹ 20 ਕਿਲੋਮੀਟਰ ਮੂਵ ਕੀਤਾ ਤਾਂ ਉਹ ਸਿਰਫ ਅਤੇ ਸਿਰਫ ਇੱਕ ਵੈਲਿਊ ਦੇ ਰਿਹਾ ਸਾਨੂੰ 20 ਕਿਲੋਮੀਟਰ ਦੀ। 20 ਕਿਲੋਮੀਟਰ ਉਹ ਇੱਕ ਵੈਲਿਊ ਦੇ ਰਿਹਾ ਆ। ਬਟ ਜੇ ਮੈਂ ਨਾਲ ਅਟੈਚ ਕਰ ਦੇਵਾਂ ਕਿ ਉਹ ਕਿਸ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਆ, ਡਿਊ ਸਾਊਥ, ਡਿਊ ਨੌਰਥ, ਡਿਊ ਈਸਟ, ਡਿਊ ਵੈਸਟ, ਡਿਊ ਨੌਰਥ ਈਸਟ, ਨੌਰਥ ਵੈਸਟ। ਸੋ ਇਹ ਕੀ ਹੈ, ਡਾਇਰੈਕਸ਼ਨਸ। ਸੋ ਡਿਸਪਲੇਸਮੈਂਟ ਕੀ ਆ, ਡਿਸਟੈਂਸ ਅਤੇ ਡਿਸਪਲੇਸਮੈਂਟ ਵਿੱਚ ਬਹੁਤਾ ਫਰਕ ਨਹੀਂ ਹੈਗਾ। ਬਸ ਇੱਕ ਚੀਜ਼ ਦਾ ਫਰਕ ਆ, ਆਪਾਂ ਪਿੱਛੇ ਹੁਣੀ ਪੜ੍ਹ ਕੇ ਹਟੇ ਸੀਗੇ ਕਿ ਸਕੇਲਰ ਕੁਆਂਟੀਟੀਜ਼ ਅਤੇ ਵੈਕਟਰ ਕੁਆਂਟੀਟੀਜ਼ ਕਿਹੜੀਆਂ ਹੁੰਦੀਆਂ। ਸਕੇਲਰ ਕੁਆਂਟੀਟੀਜ਼ ਉਹ ਹੁੰਦੀਆਂ ਜਿਹਦੇ ਵਿੱਚ ਆਪਾਂ ਮੈਗਨੀਟਿਊਡ ਦੱਸਦੇ ਹਾਂ। ਮੈਗਨੀਟਿਊਡ ਮਤਲਬ ਕਿੰਨੀ ਕੁਆਂਟੀਟੀ, ਕਿੰਨੀ ਵੈਲਿਊ ਉਹ ਮੂਵ ਕੀਤਾ, ਕਿੰਨੀ ਵੈਲਿਊ ਉਹ ਦੱਸ ਰਿਹਾ ਆ, ਠੀਕ ਹੈ ਜੀ। ਉਹ ਹੈਗਾ ਡਿਸਟੈਂਸ। ਡਿਸਪਲੇਸਮੈਂਟ ਕੀ ਆ ਕਿ ਉਹ ਕਿਸ ਮੈਗਨੀਟਿਊਡ ਦੇ ਵਿੱਚ ਕਰ ਰਿਹਾ, ਐਜ਼ ਵੈਲ ਐਜ਼ ਉਹਦੀ ਡਾਇਰੈਕਸ਼ਨ ਕੀ ਆ। ਇਹ ਦੋਨੋਂ ਚੀਜ਼ਾਂ ਨੂੰ ਡਿਫਾਈਨ ਕਰਦਾ ਪਿਆ। ਸੋ ਡਿਸਪਲੇਸਮੈਂਟ ਕੀ ਆ ਕਿ ਇਟ ਇਜ਼ ਡਿਫਾਈਨਡ ਐਜ਼ ਦ ਚੇਂਜ ਇਨ ਪੋਜੀਸ਼ਨ ਆਫ ਅ ਮੂਵਿੰਗ ਬੋਡੀ। ਮੂਵਿੰਗ ਬੋਡੀ ਮੂਵ ਕਰ ਰਹੀ ਆ, ਠੀਕ ਹੈ ਜੀ, ਉਹਦੀ ਪੋਜੀਸ਼ਨ ਚੇਂਜ ਹੋ ਰਹੀ ਆ, ਠੀਕ ਆ। ਉਹ ਉਹਦੇ ਬਾਰੇ ਦੱਸ ਰਿਹਾ ਆ ਕਿ ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਇਟ ਹੈਜ਼ ਮੈਗਨੀਟਿਊਡ ਐਜ਼ ਵੈਲ ਐਜ਼ ਡਾਇਰੈਕਸ਼ਨ। ਹੁਣ ਜੇ ਮੈਂ ਗੱਲ ਕਰਾਂ ਕੋਈ ਹਿਊਮਨ ਬੀਇੰਗ ਆ, ਕੋਈ ਵਾਹੀਕਲ ਆਪਾਂ ਲਿਆ ਸੀਗਾ ਹੁਣ ਐਗਜ਼ਾਮਪਲ ਦੇ ਵਿੱਚ ਕਿ ਉਹ 20 ਕਿਲੋਮੀਟਰ ਮੂਵ ਕਰ ਰਿਹਾ, ਉਹਦੀ ਨਾਲ ਡਾਇਰੈਕਸ਼ਨ ਵੀ ਇਹ ਦੱਸਦਾ ਪਿਆ ਕਿ ਉਹ ਸਾਊਥ ਡਾਇਰੈਕਸ਼ਨ ਵਿੱਚ ਮੂਵ ਕਰ ਰਿਹਾ ਆ, ਨੌਰਥ ਡਾਇਰੈਕਸ਼ਨ ਵਿੱਚ ਮੂਵ ਕਰ ਰਿਹਾ, ਤਾਂ ਉਹ ਡਿਸਟੈਂਸ ਨਹੀਂ ਰਹਿ ਗਿਆ, ਸਿਰਫ ਉਹ ਕੀ ਹੈ ਬਣ ਗਿਆ, ਤੁਹਾਡਾ ਡਿਸਪਲੇਸਮੈਂਟ ਬਣ ਗਿਆ। ਸੋ ਡਿਸਪਲੇਸਮੈਂਟ ਦੇ ਵਿੱਚ ਮੈਗਨੀਟਿਊਡ ਵੀ ਆਏਗਾ, ਵੈਲਿਊ ਵੀ ਆਊਗੀ, ਐਜ਼ ਵੈਲ ਐਜ਼ ਉਹਦੀ ਡਾਇਰੈਕਸ਼ਨ ਵੀ ਆਪਾਂ ਕਾਊਂਟ ਕਰਾਂਗੇ, ਠੀਕ ਹੈ ਜੀ। ਸੋ ਡਿਸਟੈਂਸ ਦੇ ਵਿੱਚ ਆਪਾਂ ਸਿਰਫ ਅਤੇ ਸਿਰਫ ਉਹਦਾ ਮੈਗਨੀਟਿਊਡ ਹੀ ਕਾਊਂਟ ਕਰਦੇ ਹਾਂ, ਠੀਕ ਹੈ ਜੀ। ਸੋ ਸਪੀਡ, ਨੈਕਸਟ ਇਜ਼ ਸਪੀਡ। ਸਪੀਡ ਕੀ ਆ, it is defined as the rate at which body describes its path with respect to time। ਆਪਾਂ ਪੜ੍ਹਦੇ ਆ ਰਹੇ ਹਾਂ, ਹੁਣ ਤੱਕ ਆਪਾਂ ਇਹੀ ਪੜ੍ਹਦੇ ਆ ਰਹੇ ਹਾਂ ਕਿ ਸਪੀਡ ਕੀ ਹੈ, ਸਾਡਾ ਡਿਸਟੈਂਸ ਅਪੋਨ ਟਾਈਮ। ਸੋ ਕਿੰਨਾ ਡਿਸਟੈਂਸ ਮੂਵ ਕੀਤਾ ਉਹਨੇ ਅਤੇ ਕਿੰਨੇ ਟਾਈਮ ਦੇ ਵਿੱਚ ਉਹ ਡਿਸਟੈਂਸ ਮੂਵ ਕਰ ਰਿਹਾ ਆ। ਸੋ ਇਹਦੇ ਵਿੱਚ ਸਪੀਡ ਦੇ ਵਿੱਚ ਅੱਗੇ ਇੱਕ ਟਰਮ ਹੋਰ ਆਏਗੀ, ਵੈਲੋਸਿਟੀ। ਵੈਲੋਸਿਟੀ ਅਤੇ ਸਪੀਡ ਆਪਾਂ ਹੁਣ ਤੱਕ ਆਪਾਂ ਇਹੀ ਮੰਨਦੇ ਆ ਰਹੇ ਕਿ ਵੈਲੋਸਿਟੀ ਅਤੇ ਸਪੀਡ ਦੋਨੋਂ ਸੇਮ ਚੀਜ਼ਾਂ ਆ, ਠੀਕ ਆ ਜੀ। ਪਰ ਦੋਨੋਂ ਸੇਮ ਚੀਜ਼ਾਂ ਨਹੀਂ ਹੈਗੀਆਂ, ਦੋਵਾਂ ਦੇ ਵਿੱਚ ਡਿਫਰੈਂਸ ਆ। ਸਪੀਡ ਕੀ ਆ, ਸਪੀਡ ਕੀ ਆ, ਸਿਰਫ ਸਾਨੂੰ ਇੱਕ ਵੈਲਿਊ ਦਿੰਦੀ ਆ। ਜਿੱਦਾਂ ਮੈਂ ਇਹਦੇ ਵਿੱਚ ਐਗਜ਼ਾਮਪਲ ਲਈ ਹੋਈ ਆ ਕਿ ਇੱਕ ਬੱਸ ਆ, ਉਹ ਮੂਵ ਕਰ ਰਹੀ ਆ ਰੋਡ ਦੇ ਉੱਤੇ, ਇੱਕ ਸਿਟੀ ਤੋਂ ਦੂਜੀ ਸਿਟੀ ਵੱਲ ਜਾ ਰਹੀ ਆ। ਹੁਣ ਜਦੋਂ ਇੱਕ ਸਿਟੀ ਸਪੋਜ਼ ਇੱਥੇ ਮੰਨ ਕੇ ਚੱਲੋ ਕਿ ਪੰਜਾਬ ਤੋਂ ਸ਼ੁਰੂ ਹੋਈ ਕਿਸੇ ਏਰੀਆ 'ਚੋਂ, ਠੀਕ ਆ ਜੀ, ਅਤੇ ਉਹ ਮੂਵ ਹੁੰਦੀ ਹੋਈ ਹਿਮਾਚਲ ਤੋਂ ਰਾਜਸਥਾਨ ਵੱਲ ਜਾ ਰਹੀ ਹੈ, ਠੀਕ ਹੈ ਜੀ। ਹੁਣ ਇੱਕ ਸਿਟੀ ਤੋਂ ਦੂਜੀ ਸਿਟੀ ਜਾਂ ਫਿਰ ਇੱਕ ਸਟੇਟ ਤੋਂ ਦੂਜੀ ਸਟੇਟ ਵੱਲ ਮੂਵ ਕਰ ਰਹੀ ਆ, ਠੀਕ ਆ। ਹੁਣ ਉਹ ਰਾਹ ਦੇ ਵਿੱਚ ਕਿੰਨੇ ਵਾਰੀ ਡਾਇਰੈਕਸ਼ਨਸ ਨੂੰ ਚੇਂਜ ਕਰੇਗੀ, ਠੀਕ ਆ ਜੀ। ਉਹ ਡਾਇਰੈਕਸ਼ਨ ਚੇਂਜ ਕਰਦੀ ਰਹੇਗੀ ਅਤੇ ਉਹਦੇ ਵਿੱਚ ਸਾਨੂੰ ਇਹ ਨਹੀਂ ਪਤਾ ਕਿ ਪਰਟੀਕੂਲਰ ਕਿਹੜੀ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੀ ਪਈ ਆ। ਇੱਕ ਆਪਾਂ ਪਰਟੀਕੂਲਰ ਡਾਇਰੈਕਸ਼ਨ ਨਹੀਂ ਦੱਸ ਸਕਦੇ, ਉਹਦੇ ਵਿੱਚ ਹੋ ਸਕਦਾ ਕਿ ਨੌਰਥ ਵੱਲ ਵੀ ਜਾਂਦੀ ਹੋਵੇ, ਸਾਊਥ ਵੱਲ ਵੀ ਜਾਂਦੀ ਹੋਵੇ, ਠੀਕ ਆ ਜੀ। ਅਤੇ ਉਹ ਇੱਕ ਪਰਟੀਕੂਲਰ ਡਾਇਰੈਕਸ਼ਨ ਸਾਨੂੰ ਨਹੀਂ ਪਤਾ। ਸੋ ਸਪੀਡ ਨੂੰ ਕਿੱਦਾਂ ਇਹਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਲਈ ਆ, ਉਹਦੇ ਵਿੱਚ ਆਪਾਂ ਕਿੱਦਾਂ ਡਿਫਾਈਨ ਕਰਦੇ ਪਏ ਕਿ ਜਦੋਂ ਇੱਕ ਬੱਸ ਮੂਵ ਕਰ ਰਹੀ ਹੈ ਇੱਕ ਸਿਟੀ ਤੋਂ ਦੂਜੀ ਸਿਟੀ, ਉਹ ਆਪਣੀ ਡਾਇਰੈਕਸ਼ਨ ਆ ਉਹ ਮਲਟੀਪਲ ਆਫ ਟਾਈਮਸ ਉਹ ਚੇਂਜ ਕਰ ਸਕਦੀ ਆ, ਠੀਕ ਆ ਜੀ। ਅਤੇ ਉਹਦੇ ਵਿੱਚ ਆਪਾਂ ਡਾਇਰੈਕਸ਼ਨ ਬਾਰੇ ਕੋਈ ਗੱਲ ਨਹੀਂ ਕਰਦੇ ਪਏ, ਉਹਦੇ ਆਪਾਂ ਗੱਲ ਕਰਦੇ ਕਿ ਕਿੰਨੀ ਸਪੀਡ 'ਤੇ ਮੂਵ ਕਰ ਰਹੀ ਹੈ। ਸਪੀਡ ਕੀ ਆ, ਠੀਕ ਆ ਜੀ, ਡਿਸਟੈਂਸ ਅਪੋਨ ਟਾਈਮ, ਕਿੰਨਾ ਡਿਸਟੈਂਸ ਮੂਵ ਕੀਤਾ ਉਹਨੇ ਕਿੰਨੇ ਟਾਈਮ ਦੇ ਵਿੱਚ, ਠੀਕ ਆ ਜੀ। ਸੋ ਆਪਾਂ ਹੁਣ ਤੱਕ ਇਹੀ ਪੜ੍ਹਦੇ ਆ ਰਹੇ ਹਾਂ ਕਿ ਸਪੀਡ ਦੇ ਕੀ ਆ, ਜੋ ਯੂਨਿਟ ਆ ਉਹ ਕੀ ਹੈ, ਮੀਟਰ ਪਰ ਸੈਕਿੰਡ ਆ, ਠੀਕ ਆ ਜੀ। ਹੁਣ ਇਹਦੇ ਵਿੱਚ ਵੀ ਅਤੇ ਵੈਲੋਸਿਟੀ ਵਿੱਚ ਅਤੇ ਦੋਵਾਂ ਵਿੱਚ ਵੀ ਆਪਾਂ ਇਹੀ ਚੀਜ਼ ਕਾਊਂਟ ਕਰਨੀ ਆ ਕਿ ਉਹਦਾ ਮੈਗਨੀਟਿਊਡ ਅਤੇ ਉਹਦੀ ਡਾਇਰੈਕਸ਼ਨ। ਹੁਣ ਸਪੀਡ ਦੇ ਟਰਮ ਦੇ ਵਿੱਚ ਆਪਾਂ ਸਿਰਫ ਅਤੇ ਸਿਰਫ ਮੈਗਨੀਟਿਊਡ ਦੇਖਾਂਗੇ ਕਿ ਕਿੰਨੀ ਉਹਦੀ ਸਪੀਡ ਸੀਗੀ, ਸਪੀਡ ਕਿੰਨੀ ਆਪਾਂ ਇਹਦੇ ਵਿੱਚ ਮੈਂ ਗੱਲ ਕਰਦਾ ਹਾਂ, ਆਪਾਂ ਕਿਲੋਮੀਟਰ ਪਰ ਆਵਰ ਵੀ ਕਹਿ ਸਕਦੇ ਹਾਂ, ਮੀਟਰ ਪਰ ਸੈਕਿੰਡ ਵੀ ਕਹਿ ਸਕਦਾ ਹਾਂ ਮੈਂ, ਠੀਕ ਹੈ ਜੀ। ਸਪੀਡ ਨੂੰ ਡਿਫਾਈਨ ਕਰਨਾ ਆ, ਠੀਕ ਆ। ਸੋ ਕਿਲੋਮੀਟਰ ਪਰ ਆਵਰ, ਕਿਲੋਮੀਟਰ ਕੀ ਹੈ ਡਿਸਟੈਂਸ, ਪਰ ਆਵਰ ਕੀ ਆ, ਉਹ ਟਾਈਮ ਹੈਗਾ ਆ। ਇਸੇ ਤਰ੍ਹਾਂ ਮੀਟਰ ਕੀ ਹੈ ਡਿਸਟੈਂਸ, ਸੈਕਿੰਡ ਕੀ ਆ, ਟਾਈਮ ਹੈਗਾ ਆ, ਠੀਕ ਆ ਜੀ। ਸੋ ਕਿਸੇ ਵੀ ਵੈਲਿਊ ਨੂੰ ਡਿਫਾਈਨ ਕਰਨਾ ਆ, ਆਪਾਂ ਦੋਨੋਂ ਚੀਜ਼ਾਂ ਲੈ ਸਕਦੇ ਹਾਂ, ਠੀਕ ਆ। ਸੋ ਇਹਦੇ ਵਿੱਚ ਮੈਂ ਸਿਰਫ ਅਤੇ ਸਿਰਫ ਅਮਾਊਂਟ ਲਵਾਂਗਾ, ਕਿੰਨੀ ਉਹਦੀ ਵੈਲਿਊ, ਜਿੰਨਾ ਮੈਂ ਕਹਿ ਦੇਵਾਂ 40 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਉਹ ਮੂਵ ਕਰ ਰਹੀ ਸੀਗੀ। ਸੋ 40 ਕਿਲੋਮੀਟਰ ਪਰ ਆਵਰ ਉਹ ਕੀ ਆ, ਉਹਦੀ ਵੈਲੋਸਿਟੀ ਨਹੀਂ ਆਪਾਂ ਕਾਊਂਟ ਕਰਾਂਗੇ, ਉਹ ਆਪਾਂ ਕਾਊਂਟ ਕਰਾਂਗੇ ਉਹਦੀ ਸਪੀਡ।
क्योंकि ਉਹਦੇ ਵਿੱਚ ਉਹਦੀ ਡਾਇਰੈਕਸ਼ਨ ਦੀ ਕੋਈ ਗੱਲ ਨਹੀਂ ਕੀਤੀ ਗਈ। ਠੀਕ ਹੈ ਜੀ। ਸੋ ਇਸੇ ਤਰ੍ਹਾਂ ਹੀ ਆਪਾਂ ਨੈਕਸਟ ਦੇਖਦੇ ਹਾਂ ਵੈਲੋਸਿਟੀ। ਵੈਲੋਸਿਟੀ ਦੇ ਵਿੱਚ ਮੈਂ ਹੁਣ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਾ ਹਾਂ ਕਿ ਜੋ ਵੈਲੋਸਿਟੀ ਆ, ਵੈਲੋਸਿਟੀ ਦੇ ਵਿੱਚ ਸਾਨੂੰ ਡਾਇਰੈਕਸ਼ਨ ਨੂੰ ਡਿਫਾਈਨ ਕਰਨਾ ਪੈਣਾ ਹੈ। ਹੁਣ ਜਿਹੜੀ ਸਪੀਡ ਆ, ਸਪੀਡ ਕੀ ਆ ਤੁਹਾਡੀ ਇੱਕ ਸਕੇਲਰ ਕੁਆਂਟੀਟੀ ਆ, ਅਤੇ ਸਕੇਲਰ ਕੁਆਂਟੀਟੀ ਦੇ ਵਿੱਚ ਸਿਰਫ ਆਪਾਂ ਮੈਗਨੀਟਿਊਡ ਹੀ ਡਿਫਾਈਨ ਕਰਦੇ ਹਾਂ। ਠੀਕ ਹੈ ਜੀ। ਜਿਹੜੀ ਵੈਕਟਰ ਕੁਆਂਟੀਟੀ ਆ, ਵੈਕਟਰ ਕੁਆਂਟੀਟੀ ਦੇ ਵਿੱਚ ਆਪਾਂ ਮੈਗਨੀਟਿਊਡ ਐਜ਼ ਵੈਲ ਐਜ਼ ਡਾਇਰੈਕਸ਼ਨ ਦੋਨਾਂ ਦਾ ਸਾਨੂੰ ਉਹਦੇ ਵਿੱਚ ਮੈਂਸ਼ਨ ਕਰਨਾ ਪੈਂਦਾ ਹੈ। ਸੋ ਵੈਲੋਸਿਟੀ ਕੀ ਆ? ਵੈਲੋਸਿਟੀ ਇੱਕ ਵੈਕਟਰ ਕੁਆਂਟੀਟੀ ਆ। ਸੋ ਜੇ ਮੈਂ ਵੈਲੋਸਿਟੀ ਦੀ ਗੱਲ ਕਰਾਂਗਾ, ਇਹਦੇ ਯੂਨਿਟ ਵੀ ਸੇਮ ਹੀ ਰਹਿਣੇ ਆ, ਕਿਲੋਮੀਟਰ ਪਰ ਆਵਰ। ਠੀਕ ਹੈ ਜੀ। ਮੀਟਰ ਪਰ ਸੈਕਿੰਡ, ਇਹਦੇ ਸੇਮ ਹੀ ਯੂਨਿਟ ਰਹਿਣੇ ਆ। ਬਟ ਕੀ ਆ, ਇਹਦੇ ਵਿੱਚ ਇੱਕ ਡਾਇਰੈਕਸ਼ਨ ਨਾਲ ਜੋੜ ਦਿੱਤੀ ਹੈ, ਜੋੜਾਂਗੇ ਨਾਲ। ਜਿੱਦਾਂ ਇੱਕ ਵਾਹੀਕਲ ਮੂਵ ਕਰ ਰਿਹਾ ਆ, ਕਿੰਨੀ ਸਪੀਡ 'ਤੇ ਮੂਵ ਕਰ ਰਿਹਾ, ਅਸੀਂ ਕਿ 20 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਮੂਵ ਕਰ ਰਿਹਾ। ਹੁਣ ਆਪਾਂ ਇੱਕ ਡਾਇਰੈਕਸ਼ਨ ਤਾਂ ਦੱਸ ਸਕਦੇ ਹਾਂ ਨਾ ਕਿ ਕਿਹੜੀ ਡਾਇਰੈਕਸ਼ਨ ਮੂਵ ਕਰ ਰਿਹਾ। ਜੇ ਸਟ੍ਰੇਟ ਮੂਵ ਕਰ ਰਿਹਾ, ਨੋਰਥ ਡਾਇਰੈਕਸ਼ਨ 'ਚ ਮੂਵ ਕਰ ਰਿਹਾ, ਤਾਂ ਆਪਾਂ ਕਹਿ ਦੇਵਾਂਗੇ ਡਿਊ ਨੋਰਥ ਵੱਲ ਨੂੰ ਜਾ ਰਿਹਾ। ਤਾਂ ਇੱਥੇ ਮੈਗਨੀਟਿਊਡ ਵੀ ਦੱਸ ਰਿਹਾ 20 ਕਿਲੋਮੀਟਰ ਪਰ ਆਵਰ, ਅਤੇ ਨਾਲ ਦੀ ਨਾਲ ਡਾਇਰੈਕਸ਼ਨ ਵੀ ਦੱਸ ਰਿਹਾ ਆ ਕਿ ਕਿੱਧਰ ਨੂੰ ਆ। ਸੋ ਵੈਲੋਸਿਟੀ ਅਤੇ ਸਪੀਡ ਦੇ ਵਿੱਚ ਇਹੀ ਫਰਕ ਆ। ਠੀਕ ਆ ਜੀ। ਅਤੇ ਇਹ ਵੈਲੋਸਿਟੀ ਨੂੰ ਆਪਾਂ ਕਾਊਂਟ ਕਰਦੇ ਹਾਂ ਇੱਕ ਵੈਕਟਰ ਕੁਆਂਟੀਟੀ ਆ। ਠੀਕ ਹੈ ਜੀ। ਇਹਦੇ ਵਿੱਚ ਮੈਗਨੀਟਿਊਡ ਵੀ ਦੱਸਦਾ ਹੈ ਅਤੇ ਨਾਲ ਦੀ ਨਾਲ ਉਹਦੇ ਡਾਇਰੈਕਸ਼ਨ ਬਾਰੇ ਵੀ ਦੱਸਦਾ ਪਿਆ। ਠੀਕ ਹੈ ਜੀ। ਨੈਕਸਟ ਆ ਗਿਆ ਤੁਹਾਡਾ ਐਕਸਲੇਸ਼ਨ। ਐਕਸਲੇਸ਼ਨ ਕੀ ਆ? ਇਟ ਇਜ਼ ਡਿਫਾਈਨਡ ਐਜ਼ ਦਾ ਰੇਟ ਆਫ ਚੇਂਜ ਆਫ ਵੈਲੋਸਿਟੀ ਆਫ ਅ ਮੂਵਿੰਗ ਬੋਡੀ। ਉਹ ਜਦੋਂ ਵੀ ਗੱਲ ਕਰਦੇ ਆ ਰੇਟ ਆਫ ਚੇਂਜ ਆਫ ਮਤਲਬ ਕੀ ਆ? ਜੋ ਵਿਦ ਰਿਸਪੈਕਟ ਟੂ ਟਾਈਮ ਚੇਂਜ ਹੁੰਦਾ ਆ। ਠੀਕ ਆ ਜੀ। ਸੋ ਇੱਥੇ ਐਕਸਲੇਸ਼ਨ ਕੀ ਆ? ਐਕਸਲੇਸ਼ਨ ਕੀ? ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ ਜਿਹੜੀ ਚੇਂਜ ਹੋ ਰਹੀ ਆ। ਠੀਕ ਆ ਜੀ। ਵਿਦ ਰਿਸਪੈਕਟ ਟੂ ਟਾਈਮ ਜਿਹੜੀ ਚੇਂਜ ਹੋ ਰਹੀ ਆ। ਸੋ ਜੇ ਆਪਾਂ ਇਹਦੀ ਗੱਲ ਕਰੀਏ ਐਕਸਲੇਸ਼ਨ ਇੱਕ ਇੱਕ ਵੈਕਟਰ ਕੁਆਂਟੀਟੀ ਆ। ਜੇ ਮੈਂ ਇਹਦੇ ਫਾਰਮੂਲੇ ਦੀ ਗੱਲ ਕਰਾਂ, ਇਹ ਹੁੰਦੀ ਹੈ ਵੈਲੋਸਿਟੀ ਅਪੋਨ ਟਾਈਮ। ਠੀਕ ਆ ਜੀ। ਸੋ ਵੈਲੋਸਿਟੀ ਅਪੋਨ ਟਾਈਮ ਨੂੰ ਆਪਾਂ ਐਕਸਲੇਸ਼ਨ ਕਹਿੰਦੇ ਆ। ਠੀਕ ਆ। ਸੋ ਇਹਦੇ ਵਿੱਚ ਵੀ ਆਪਾਂ ਸੇਮ ਹੀ ਆਪਾਂ ਕਹਾਂਗੇ ਕਿ ਇਹ ਵੀ ਇੱਕ ਵੈਕਟਰ ਕੁਆਂਟੀਟੀ ਆ। ਠੀਕ ਆ। ਅਤੇ ਇਹ ਵੀ ਸਾਨੂੰ ਦੱਸਦੀ ਆ ਕਿ ਕਿੰਨੀ ਐਕਸਲੇਟ ਕਰ ਰਹੀ ਆ ਵੈਲਿਊ। ਠੀਕ ਆ ਜੀ। ਅਤੇ ਕਿਸ ਡਾਇਰੈਕਸ਼ਨ ਵਿੱਚ ਕਰ ਰਹੀ ਆ। ਠੀਕ ਆ। ਸੋ ਦੋਨੋਂ ਚੀਜ਼ਾਂ ਇਹਦੇ ਵਿੱਚ ਕਾਊਂਟ ਕਰਾਂਗੇ। ਅਤੇ ਆਪਾਂ ਨੈਕਸਟ ਹੁਣ ਦੇਖਦੇ ਹਾਂ। ਬਾਕੀ ਯੂਨਿਟ ਵਗੈਰਾ ਤੁਸੀਂ ਪਹਿਲਾਂ ਪਿੱਛੇ ਪੜ੍ਹਦੇ ਆ ਰਹੇ ਆ। ਠੀਕ ਆ ਜੀ। ਐਕਸਲੇਸ਼ਨ ਵੀ ਵੈਸੇ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਹੁੰਦੀ ਕੌਂਸਟੈਂਟ ਐਕਸਲੇਸ਼ਨ। ਠੀਕ ਆ। ਅਤੇ ਇੱਕ ਹੁੰਦੀ ਆ ਯੂਨੀਫਾਰਮ ਐਕਸਲੇਸ਼ਨ, ਵੇਰੀਏਬਲ ਐਕਸਲੇਸ਼ਨ। ਦੋ ਤਰ੍ਹਾਂ ਦੀ ਐਕਸਲੇਸ਼ਨ ਹੁੰਦੀ ਹੈ। ਜਿੱਦਾਂ ਹੁਣ ਆਪਾਂ ਇਹਦੇ ਵਿੱਚ ਮੈਂ ਡਿਫਾਈਨ ਕਰ ਦਿੱਤਾ ਹੈ। ਜੇ ਤਾਂ ਰੇਟ ਆਫ ਚੇਂਜ ਆਫ ਵੈਲੋਸਿਟੀ ਆ ਵਿਦ ਰਿਸਪੈਕਟ ਟੂ ਟਾਈਮ, ਉਹ ਕੀ ਆ? ਕੌਂਸਟੈਂਟ ਆ। ਕੌਂਸਟੈਂਟ ਕਿੱਦਾਂ ਹੋਊਗੀ? ਜਿੱਦਾਂ ਸਪੋਜ਼ ਜਿੱਦਾਂ ਆਪਾਂ ਗੱਲ ਕਰਦੇ ਹਾਂ ਐਕਸਲੇਸ਼ਨ ਆਪਾਂ ਦਿੰਦੇ ਹਾਂ, ਜਿੱਦਾਂ ਵਾਹੀਕਲ ਦੀ ਗੱਲ ਹੀ ਕਰਦੇ ਹਾਂ। ਹੁਣ ਵਿਦ ਰਿਸਪੈਕਟ ਟੂ ਟਾਈਮ ਕੀ ਹੈ? ਕੌਂਸਟੈਂਟ ਰਹਿਣੀ ਚਾਹੀਦੀ ਆ। ਮਤਲਬ ਕੀ ਹੈ? ਐਕਸਲੇਸ਼ਨ ਮੈਂ ਐਕਸਲੇਟ ਕੀਤਾ, ਵਾਹੀਕਲ ਮੈਂ ਐਕਸਲੇਟ ਕਰਦਾ ਪਿਆ, ਸਪੋਜ਼ 5 ਮੀਟਰ ਪਰ ਸੈਕਿੰਡ ਸਕੇਅਰ। ਠੀਕ ਹੈ ਜੀ। ਕੁਛ ਟਾਈਮ ਪੀਰੀਅਡ ਬਾਅਦ ਮਤਲਬ 2 ਸੈਕਿੰਡ ਬਾਅਦ ਉਹ ਬਣ ਗਈ 10 ਮੀਟਰ ਪਰ ਸੈਕਿੰਡ ਸਕੇਅਰ। ਠੀਕ ਹੈ ਜੀ। ਫਿਰ 2 ਸੈਕਿੰਡ ਬਾਅਦ ਉਹ ਬਣ ਗਈ ਆ 15 ਮੀਟਰ ਪਰ ਸੈਕਿੰਡ ਸਕੇਅਰ। ਮਤਲਬ ਕੀ ਆ? ਬਿਲਕੁਲ ਇਕੁਅਲ ਟਾਈਮ ਦੇ ਵਿੱਚ, ਇਕੁਅਲ ਪੋਰਸ਼ਨ ਆਫ ਟਾਈਮ ਦੇ ਵਿੱਚ ਉਹ ਐਕਸਲੇਟ ਕਰ ਰਹੀ ਆ। ਠੀਕ ਹੈ ਜੀ। ਇਹ ਮਤਲਬ ਕਿ ਕੌਂਸਟੈਂਟਲੀ ਉਹ ਐਕਸਲੇਟ ਕਰ ਰਹੀ ਆ। 5 ਤੋਂ 10 ਹੋਇਆ, 10 ਤੋਂ 15 ਹੋਇਆ। ਠੀਕ ਹੈ ਜੀ। ਇਹ ਕੀ ਆ? ਕੌਂਸਟੈਂਟਲੀ ਉਹ ਐਕਸਲੇਟ ਕਰ ਰਹੀ ਆ। ਇੱਕ ਹੁੰਦੀ ਵੇਰੀਏਬਲ ਐਕਸਲੇਸ਼ਨ। ਵੇਰੀਏਬਲ ਐਕਸਲੇਸ਼ਨ ਕੀ ਆ? ਉਹਦੇ ਵਿੱਚ ਕੀ ਆ? ਪਹਿਲੇ ਟਾਈਮ ਦੇ ਵਿੱਚ ਜਿੱਦਾਂ 2 ਸੈਕਿੰਡ ਆ, ਪਹਿਲੇ 2 ਸੈਕਿੰਡ ਦੇ ਵਿੱਚ 5 ਕਰ ਗਈ, ਅਗਲੇ 2 ਸੈਕਿੰਡ ਦੇ ਵਿੱਚ 10 ਕਰ ਗਈ, ਅਗਲੇ 2 ਸੈਕਿੰਡ ਦੇ ਵਿੱਚ ਉਹ 15 ਕਰ ਗਈ। ਠੀਕ ਆ ਜੀ। ਮਤਲਬ ਕੀ ਆ? ਪਹਿਲਾਂ 5, ਫਿਰ 10 ਕਰ ਗਈ, 15 ਹੋ ਗਈ, ਫਿਰ 15 ਕਰ ਗਈ, ਫਿਰ 30 ਹੋ ਗਈ। ਮਤਲਬ ਕਿ ਵੇਰੀਏਬਲ ਐਕਸਲੇਸ਼ਨ। ਇਹ ਕੀ? ਕੌਂਸਟੈਂਟਲੀ ਇੰਕਰੀਜ਼ ਨਹੀਂ ਹੋ ਰਹੀ, ਇਹ ਵੇਰੀਏਬਲ ਇੰਕਰੀਜ਼ ਹੋ ਰਹੀ ਆ। ਸੋ ਦੋ ਤਰ੍ਹਾਂ ਦੀ ਐਕਸਲੇਸ਼ਨ ਹੁੰਦੀ ਹੈ। ਜਿਹੜੀ ਇੱਕਦਮ ਕੁਇਕਲੀ ਇੰਕਰੀਜ਼ ਕਰੇ ਉਹਨੂੰ ਕਹਿੰਦੇ ਆਪਾਂ ਵੇਰੀਏਬਲ ਐਕਸਲੇਸ਼ਨ। ਇੱਕ ਹੁੰਦੀ ਜਿਹੜੀ ਕੌਂਸਟੈਂਟਲੀ ਵਿਦ ਰਿਸਪੈਕਟ ਟੂ ਟਾਈਮ ਕੌਂਸਟੈਂਟਲੀ ਹੋਵੇ, 5, 10, 10 ਤੋਂ 15, 15 ਤੋਂ 20, ਮਤਲਬ 5 ਦਾ ਗੈਪ ਹੋ ਰਿਹਾ, ਉਹਨੂੰ ਕਹਿੰਦੇ ਕੌਂਸਟੈਂਟ ਐਕਸਲੇਸ਼ਨ। ਠੀਕ ਆ ਜੀ। ਸੋ ਦੋ ਤਰ੍ਹਾਂ ਦੀ ਐਕਸਲੇਸ਼ਨ ਹੁੰਦੀ ਆ। ਸੋ ਇਹਦਾ ਫਾਰਮੂਲਾ ਹੋਈ ਹੈ ਕਿ ਵੈਲੋਸਿਟੀ ਅਪੋਨ ਟਾਈਮ ਆ, ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ ਆ। ਠੀਕ ਹੈ ਜੀ। ਇਹ ਵੈਕਟਰ ਕੁਆਂਟੀਟੀ ਆ ਅਤੇ ਇਹਦੇ ਯੂਨਿਟ ਕੀ ਆ? ਮੀਟਰ ਪਰ ਸੈਕਿੰਡ ਸਕੇਅਰ। ਠੀਕ ਹੈ। ਮੀਟਰ ਪਰ ਸੈਕਿੰਡ ਸਕੇਅਰ। ਸੋ ਨੈਕਸਟ ਦੇਖਦੇ ਹਾਂ। ਨੈਕਸਟ ਇਜ਼ ਡਿਫਰੈਂਸ ਬਿਟਵੀਨ ਮਾਸ ਐਂਡ ਵੇਟ। ਮਾਸ ਕੀ ਹੁੰਦਾ ਆ? ਵੇਟ ਕੀ ਹੁੰਦਾ ਆ? ਠੀਕ ਆ ਜੀ। ਸੋ ਇਹ ਵੀ ਜਿੱਦਾਂ ਪਹਿਲਾਂ ਆਪਾਂ ਕਰਦੇ ਆ ਰਹੇ ਹਾਂ। ਡਿਸਟੈਂਸ ਕੀ ਆ? ਡਿਸਪਲੇਸਮੈਂਟ ਕੀ ਆ? ਇਸੇ ਤਰੀਕੇ ਦੇ ਨਾਲ ਆਪਾਂ ਦੂਜੀ ਡੈਫੀਨੇਸ਼ਨ ਕੀਤੀ ਆ, ਸਪੀਡ ਕੀ ਆ? ਵੈਲੋਸਿਟੀ ਕੀ ਆ? ਠੀਕ ਆ ਜੀ। ਹੁਣ ਇਸੇ ਤਰੀਕੇ ਦੇ ਨਾਲ ਇੱਕ ਹੋਰ ਟਰਮ ਹੈਗੀ ਆ, ਮਾਸ ਕੀ ਆ ਅਤੇ ਵੇਟ ਕੀ ਆ। ਹੁਣ ਇਹ ਵੀ ਇੱਦਾਂ ਹੀ ਆ, ਸੇਮ ਹੀ ਆ। ਮਾਸ ਕੀ ਆ? ਇਟ ਇਜ਼ ਕੁਆਂਟਿਟੀ ਆਫ ਮੈਟਰ ਕੰਟੇਨਡ ਇਨ ਅ ਬੋਡੀ। ਠੀਕ ਹੈ। ਇੱਕ ਬੋਡੀ ਆ ਮੇਰੇ ਕੋਲ। ਠੀਕ ਹੈ। ਕੋਈ ਵੀ ਬੋਡੀ ਲੈ ਲਓ। ਠੀਕ ਆ ਜੀ। ਉਹਨੂੰ ਆਪਾਂ ਤੋਲਦੇ ਹਾਂ। ਠੀਕ ਆ ਜੀ। ਉਹਦਾ ਆਪਾਂ ਦੱਸਦੇ ਹਾਂ ਕਿ ਉਹਦਾ ਵੇਟ ਕਿੰਨਾ ਹੈ। ਸਪੋਜ਼ ਆਪਾਂ ਉਹਨੂੰ ਤੋਲਿਆ, ਉਹਦਾ ਵੇਟ ਆ ਗਿਆ ਤੁਹਾਡਾ
2 kg, 2 kg ਇੱਕ ਬੋਡੀ ਉਹਦਾ weight ਆ ਗਿਆ 2 kg। ਹੁਣ 2 kg ਕੀ ਆ ਤੁਹਾਡਾ, ਉਹ ਆਪਾਂ ਮਤਲਬ ਕਿ ਇੱਕ ਬੋਡੀ ਆ, ਬੋਡੀ ਦੇ ਅੰਦਰ ਕਿੰਨਾ ਉਹਦਾ ਮੈਟਰ ਆ, ਮੈਟਰ ਕੀ ਆ, ਮੈਟਰ ਕੀ ਆ, ਉਹਦਾ ਕਿੰਨਾ ਭਾਰ ਆ, ਮੈਟਰ ਜੋ ਮੋਲੀਕਿਊਲਸ ਆ, ਮੈਟਰ ਕਾਹਦਾ ਬਣਦਾ ਆ, ਮੋਲੀਕਿਊਲਸ ਦਾ ਬਣਦਾ ਆ। ਇੱਕ ਬੋਡੀ ਆ, ਬੋਡੀ ਮੋਲੀਕਿਊਲਸ ਦਾ ਬਣਿਆ, ਉਹਦੇ ਵਿੱਚ ਸਾਰੇ ਮੋਲੀਕਿਊਲਸ ਨੂੰ ਜੁਆਇਨ ਕਰ ਦਿਓ ਅਤੇ ਉਹ ਕੀ ਇੱਕ ਬੋਡੀ ਬਣ ਗਈ ਆ, ਠੀਕ ਹੈ ਜੀ। ਹੁਣ ਬੋਡੀ ਦੇ ਵਿੱਚ ਜਿਹੜਾ ਮੈਟਰ ਆ, ਠੀਕ ਆ, ਬੋਡੀ ਦੇ ਵਿੱਚ ਜਿਹੜਾ ਮੈਟਰ ਆ, ਉਹ ਮੈਟਰ ਦਾ ਭਾਰ ਕਿੰਨਾ ਆ, 2 kg। ਮਾਸ ਨੂੰ ਆਪਾਂ ਕਿੱਦਾਂ ਡਿਨੋਟ ਕਰਦੇ ਹਾਂ, kg ਨਾਲ ਡਿਨੋਟ ਕਰਦੇ ਹਾਂ ਨਾ, ਜਾਂ ਗ੍ਰਾਮ ਨਾਲ ਡਿਨੋਟ ਕਰਦੇ ਹਾਂ, ਜਾਂ kg ਨਾਲ ਡਿਨੋਟ ਕਰਦੇ ਹਾਂ, ਠੀਕ ਆ ਜੀ। ਸੋ ਉਹਦੇ ਵਿੱਚ ਮੈਟਰ ਕਿੰਨਾ ਹੈ, ਆਪਾਂ ਕਹਿੰਦਾ 2 kg ਉਹਦੇ ਵਿੱਚ ਕੀ ਆ, ਮੈਟਰ ਆ, ਠੀਕ ਆ ਜੀ। ਸੋ ਉਹਦਾ ਭਾਰ ਕਿੰਨਾ ਹੈ, 2 kg ਆ। ਉਹ ਕੀ ਉਹਦਾ ਮਾਸ, ਕਿ ਬੋਡੀ ਵਿੱਚ ਕਿੰਨਾ ਮੈਟਰ ਆ, ਠੀਕ ਆ ਜੀ, ਉਹਦਾ ਕਿੰਨਾ ਵੇਟ ਆ, ਵੇਟ ਨਹੀਂ ਕਵਾਂਗੇ ਉਹਨੂੰ, ਮੈਟਰ ਕਵਾਂਗੇ। ਮੈਟਰ ਕਿੰਨਾ ਹੈ, ਉਹ ਕੀ ਹੈ ਤੁਹਾਡਾ 2 kg ਆ। ਹੁਣ ਵੇਟ ਦੀ ਗੱਲ ਕਰਦੇ ਹਾਂ, ਵੇਟ ਮਾਸ ਨਾਲ ਨੂੰ ਕਿੱਦਾਂ ਡਿਫਰੈਂਸ ਆ। ਵੇਟ ਕੀ ਆ, ਵੇਟ ਕੀ ਆ, ਵੇਟ ਇਜ਼ ਦਾ ਫੋਰਸ ਬਾਈ ਵਿਚ a body is attracted towards the center of the earth। weight ਮਾਸ weight ਕਿੱਦਾਂ ਬਣ ਜਾਂਦਾ ਆ, ਜਦੋਂ ਕੋਈ ਵੀ ਬੋਡੀ ਆ, ਹੁਣ ਉਹਦੇ ਉੱਤੇ ਸੈਂਟਰ ਆਫ ਗ੍ਰੈਵਿਟੀ ਐਕਟ ਕਰੇਗੀ, ਠੀਕ ਆ ਜੀ। ਹੁਣ ਜਦੋਂ ਇੱਕ ਬੋਡੀ ਆ, ਉਹਦਾ 2 kg ਉਹਦਾ ਭਾਰ ਆ, ਉਹਦੇ ਉੱਤੇ ਕੀ ਆ, ਫੋਰਸ ਲੱਗਦੀ ਪਈ ਆ, ਗ੍ਰੈਵੀਟੇਸ਼ਨਲ ਫੋਰਸ। ਉਹਨੂੰ ਵੀ ਜੇ ਮੈਂ ਕਾਊਂਟ ਕਰ ਦਿੰਦਾ, ਜਦੋਂ ਗ੍ਰੈਵੀਟੇਸ਼ਨਲ ਫੋਰਸ ਕਿੰਨੀ ਆ, 9.8 ਆਪਾਂ ਲੈਂਦੇ ਆ ਮੀਟਰ ਪਰ ਸੈਕਿੰਡ ਸਕੇਅਰ ਦੇ ਹਿਸਾਬ ਨਾਲ ਲੈਂਦੇ ਪਏ ਆਪਾਂ। 19 ਫੋਰਸ ਉਹਦੇ ਉੱਪਰ, ਉਸ ਐਲੀਮੈਂਟ ਦੇ ਉੱਪਰ ਲੱਗਦੀ ਪਈ ਆ, ਉਸ ਬੋਡੀ ਦੇ ਉੱਪਰ ਲੱਗਦੀ ਪਈ ਆ। ਉਹ ਬੋਡੀ ਆਪ ਕਿੰਨਾ ਭਾਰ ਆ ਉਹਦਾ 2 kg ਆਪਣਾ ਭਾਰ ਆ। ਸਪੋਜ਼ ਇੱਕ ਬੋਡੀ ਆ, ਉਹਦਾ ਆਪਣਾ ਭਾਰ ਕਿੰਨਾ ਹੈ, 2 kg ਆ। ਪਰ ਜੇ ਉਹਦੇ ਵਿੱਚ ਜੇ ਗ੍ਰੈਵੀਟੇਸ਼ਨਲ ਪੁੱਲ ਵੀ ਖਿੱਚ ਲਵਾਂ, ਉਹ ਵੀ ਨਾਲ ਕਾਊਂਟ ਕਰਾਂ, ਤਾਂ ਉਹ ਕੀ ਬਣ ਗਈ ਆ, ਇੱਕ ਫੋਰਸ ਬਣ ਗਈ ਆ। ਉਹ ਬੋਡੀ ਉੱਪਰ ਇੱਕ ਕੀ ਲੱਗਦੀ ਪਈ ਆ, ਫੋਰਸ ਲੱਗਦੀ ਪਈ ਆ। ਹੁਣ 2 kg ਉਹਦਾ ਭਾਰ ਆ, ਅਤੇ ਫੋਰਸ ਕਿੰਨੀ ਲੱਗਦੀ ਪਈ ਆ, ਉਹ ਗ੍ਰੈਵੀਟੇਸ਼ਨਲ ਜਿਹੜੀ ਗ੍ਰੈਵਿਟੀ ਉਹਦੀ ਐਕਟ ਕਰਦੀ ਪਈ, ਉਹ ਕੀ ਹੈ 9.81, ਠੀਕ ਆ ਜੀ। ਉਹ ਦੋਨਾਂ ਨੂੰ ਜਦੋਂ ਮੈਂ ਮਲਟੀਪਲਾਈ ਕਰ ਦਾਂਗਾ, ਉਹ ਕੀ ਬਣ ਜੂਗੀ ਤੁਹਾਡੇ ਕੋਲ, ਉਹ ਵੇਟ ਦੀ ਵੈਲਿਊ ਦੇਊਗੀ, ਉਹ ਇੱਕ ਫੋਰਸ ਬਣ ਜਾਏਗੀ। ਉਹ ਇੱਕ ਕੀ ਬਣ ਜਾਏਗੀ, ਉਹ ਫੋਰਸ ਬਣ ਜਾਏਗੀ, ਠੀਕ ਆ ਜੀ। ਮਤਲਬ ਮਾਸ, ਉਸ ਬੋਡੀ ਦਾ ਭਾਰ ਕਿੰਨਾ ਆ, ਅਤੇ ਉਹ ਗ੍ਰੈਵੀਟੇਸ਼ਨਲ ਜਿਸ ਗ੍ਰੈਵਿਟੀ ਦੇ ਵਿੱਚ ਉਹ ਐਕਟ ਕਰਦੀ ਪਈ ਆ, ਉਹਦੇ ਉੱਪਰ ਗ੍ਰੈਵੀਟੇਸ਼ਨਲ ਪੁੱਲ ਲੱਗਦੀ ਪਈ ਆ, ਉਹ ਦੋਨਾਂ ਨੂੰ ਜਦੋਂ ਮਲਟੀਪਲੀਕੇਸ਼ਨ ਦੇ ਵਿੱਚ ਵੈਲਿਊ ਮੈਂ ਕਾਊਂਟ ਕਰਦਾ, ਤਾਂ ਉਹ ਕੀ ਬਣਦੀ ਹੈ, ਤੁਹਾਡਾ ਵੇਟ ਬਣਦਾ ਹੈ। ਨਾ ਕਿ ਆਪਾਂ ਉਹਨੂੰ ਕੀ ਕਹਿੰਦੇ ਆ, ਮਾਸ ਕਹਿੰਦੇ ਆ, ਮਾਸ ਨਹੀਂ ਕਹਿੰਦੇ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿੰਨੀ ਅਰਥ ਦੇ ਉੱਤੇ ਜਿੰਨੇ ਵੀ ਜੋ ਵੀ ਵੈਲਿਊ ਸਾਨੂੰ ਮਿਲਦੀ ਪਈ ਆ, ਉਹ ਜੇ ਮੈਂ ਉਹਨੂੰ ਉਹਦੇ ਵਿੱਚ ਗ੍ਰੈਵੀਟੇਸ਼ਨਲ ਪੁੱਲ ਦੀ ਵੈਲਿਊ ਨੂੰ ਮਲਟੀਪਲਾਈ ਕਰ ਦੇਵਾਂ, ਐਡ ਕਰ ਦੇਵਾਂ, ਠੀਕ ਹੈ ਜੀ, ਵੇਟ ਉਹ ਬਣ ਜਾਏਗਾ ਤੁਹਾਡਾ ਫੋਰਸ ਬਣ ਜਾਏਗੀ, ਉਹਨੂੰ ਆਪਾਂ ਵੇਟ ਕਵਾਂਗੇ। ਜੇ ਮੈਂ ਇਕੱਲਾ ਛੱਡ ਦੇਵਾਂ, ਠੀਕ ਹੈ ਜੀ, ਉਸ ਬੋਡੀ ਦੇ ਵਿੱਚ ਕਿੰਨਾ ਮੈਟਰ ਆ ਉਹਦੀ ਗੱਲ ਕਰਾਂ, ਤਾਂ ਉਹ ਕੀ ਹੈ ਤੁਹਾਡਾ ਮਾਸ, ਠੀਕ ਹੈ ਜੀ। ਸੋ ਦੋਵਾਂ ਵਿੱਚ ਇਹ ਡਿਫਰੈਂਸ ਆ। ਹੁਣ ਮੈਂ ਗੱਲ ਕਰਦਾ ਅਗਲੇ ਪੁਆਇੰਟ ਦੀ। ਅਗਲਾ ਪੁਆਇੰਟ ਕੀ ਕਹਿੰਦਾ ਵਾ, ਇਟ ਰਿਮੇਨਸ ਕੌਂਸਟੈਂਟ ਇਨ ਆਲ ਪਲੇਸਿਸ। ਹੁਣ ਜੇ ਮੈਂ ਗੱਲ ਕਰਾਂ ਕਿ ਕੌਂਸਟੈਂਟ ਰਹਿੰਦੀ ਆ ਹਰ ਇੱਕ ਪਲੇਸ ਦੇ ਉੱਤੇ ਮਾਸ ਦੀ ਵੈਲਿਊ, ਠੀਕ ਹੈ ਜੀ। ਅਤੇ ਦੂਜੇ ਪਾਸੇ ਗੱਲ ਕਰਾਂ ਕਿ ਇਹ ਕਹਿੰਦਾ ਪਿਆ ਕਿ ਵੇਰੀਜ਼ ਫਰੋਮ ਪਲੇਸ ਟੂ ਪਲੇਸ ਡਿਪੈਂਡਿੰਗ ਅਪੋਨ ਦਾ ਡਿਸਟੈਂਸ ਆਫ ਦਾ ਬੋਡੀ ਫਰੋਮ ਸੈਂਟਰ ਆਫ ਅਰਥ। ਇਹ ਦੂਜੇ ਪੁਆਇੰਟ ਦਾ ਕੀ ਮਤਲਬ ਆ ਕਿ ਵੇਟ ਤਾਂ ਵੇਰੀ ਕਰਦਾ ਪਿਆ ਆ ਪਲੇਸ ਟੂ ਪਲੇਸ, ਅਤੇ ਜਿਹੜਾ ਮਾਸ ਆ ਉਹ ਤਾਂ ਕੌਂਸਟੈਂਟ ਰਹਿੰਦਾ ਪਿਆ ਹਰ ਜਗ੍ਹਾ 'ਤੇ ਜਾ ਕੇ। ਇਸ ਪੁਆਇੰਟ ਦਾ ਮਤਲਬ ਇਹ ਆ ਕਿ ਇੱਕ ਮੇਰੇ ਕੋਲ ਬੋਡੀ ਆ, ਉਹਦਾ ਭਾਰ 2 kg ਆ। ਕਹਿੰਦਾ ਜੇ ਤੁਸੀਂ ਉਹ ਭਾਵੇਂ ਤੁਸੀਂ ਇੱਥੇ ਦੇਖਦੇ ਪਏ, ਭਾਵੇਂ USA ਲੈ ਜਾਓ, ਭਾਵੇਂ ਨੌਰਥ ਪੋਲ 'ਤੇ ਲੈ ਜਾਓ, ਭਾਵੇਂ ਸਾਊਥ ਪੋਲ 'ਤੇ ਲੈ ਜਾਓ। ਕਹਿੰਦਾ ਜੇ ਉਸ ਮੈਟਰ ਦੇ ਵਿੱਚ ਜਿਹੜਾ 2 kg ਉਹਦਾ ਮੈਟਰ ਹੈਗਾ ਆ, ਮੈਟਰ ਮਤਲਬ ਉਹਦੇ ਵਿੱਚ ਜੋ ਉਹਦੇ ਮੋਲੀਕਿਊਲਸ ਆ, ਉਹਨਾਂ ਦਾ ਜਿਹੜਾ ਭਾਰ ਜਿਹੜਾ ਹੈਗਾ ਆ, ਉਹ 2 kg ਆ, ਤਾਂ ਉਹ 2 kg ਹੀ ਰਹੇਗਾ ਜਿੱਥੇ ਮਰਜ਼ੀ ਲੈ ਜਾਓ ਉਹਨੂੰ। ਸੋ ਮਾਸ ਦੀ ਵੈਲਿਊ ਹਮੇਸ਼ਾ ਕੌਂਸਟੈਂਟ ਰਹਿੰਦੀ ਆ, ਕਹਿਣ ਦਾ ਮਤਲਬ ਉਹਦਾ ਇਹ ਆ। ਸੈਕਿੰਡ ਪੁਆਇੰਟ, ਦੂਜੇ ਪਾਸੇ ਜਿਹੜਾ ਔਨ ਦਾ ਅਦਰ ਹੈਂਡ ਵੇਟ ਆ, ਵੇਟ ਕਹਿੰਦਾ ਪਲੇਸ ਟੂ ਪਲੇਸ ਵੇਰੀ ਕਰਦਾ ਆ। ਕਿਉਂਕਿ ਜਿਹੜੀ ਪਲੇਸ ਟੂ ਪਲੇਸ ਆ, ਉਹ ਗ੍ਰੈਵੀਟੇਸ਼ਨਲ ਦੀ ਵੈਲਿਊ ਚੇਂਜ ਹੁੰਦੀ ਆ। ਜੇ ਮੈਂ ਨੌਰਥ ਪੋਲ 'ਤੇ ਗੱਲ ਕਰਾਂ, ਨੌਰਥ ਪੋਲ 'ਤੇ ਗ੍ਰੈਵੀਟੇਸ਼ਨ ਦੀ ਵੈਲਿਊ ਥੋੜ੍ਹੀ ਚੇਂਜ ਹੁੰਦੀ ਆ, ਮਾਈਨਰ ਚੇਂਜ ਹੁੰਦੀ ਹੈ ਵੈਲਿਊ, ਠੀਕ ਹੈ ਜੀ। ਜੇ ਮੈਂ ਹੋਰ ਕਿਤੇ ਅਰਥ ਦੇ ਹੋਰ ਕਿਸੇ ਹਿੱਸੇ ਦੇ ਵਿੱਚ ਜਾਵਾਂ, 9.81 ਆਪਾਂ ਕੌਂਸਟੈਂਟ ਕਾਊਂਟ ਕਰਦੇ ਹਾਂ, ਬਟ ਕੁਛ ਅਰਥ ਦੇ ਇੱਦਾਂ ਦੇ ਹਿੱਸੇ ਵੀ ਹੈਗੇ ਜਿੱਥੇ ਕੀ ਆ ਗ੍ਰੈਵੀਟੇਸ਼ਨਲ ਦੀ ਵੈਲਿਊ ਚੇਂਜ ਹੁੰਦੀ ਆ, ਠੀਕ ਆ ਜੀ। ਕਿਤੇ ਨੌਰਥ ਪੋਲ ਦੇ ਉੱਤੇ ਵੈਲਿਊ ਕੁਛ ਹੋਰ ਹੋਊਗੀ, ਗ੍ਰੈਵੀਟੇਸ਼ਨਲ ਪੁੱਲ ਕੁਛ ਹੋਰ ਹੋਊਗਾ, ਕਿਉਂਕਿ ਇਹ ਸਿਮੈਟ੍ਰਿਕ ਨਹੀਂ ਨਾ ਹੈਗਾ, ਅਰਥ ਸਾਡੀ ਸਿਮੈਟ੍ਰਿਕ ਨਹੀਂ ਹੈਗੀ, ਸਰਕੂਲਰ ਫਾਰਮ ਦੇ ਵਿੱਚ ਨਹੀਂ ਹੈਗੀ, ਠੀਕ ਆ ਜੀ। ਇਸ ਕਰਕੇ ਕੀ ਹੈ, ਗ੍ਰੈਵੀਟੇਸ਼ਨਲ ਪੁੱਲ ਦੀ ਵੈਲਿਊ ਹਰ ਇੱਕ ਪਲੇਸ ਦੇ ਉੱਤੇ ਡਿਫਰੈਂਟ ਆਉਂਦੀ ਆ, ਠੀਕ ਆ। ਸੋ ਆਪਾਂ ਇਹ ਨਹੀਂ ਕਹਾਂਗੇ ਕਿ ਇੰਡੀਆ ਦੇ ਵਿੱਚ ਕੋਈ ਇੱਦਾਂ ਦੀ ਪਲੇਸ ਆ ਜਿੱਥੇ ਚੇਂਜ ਹੋਊਗੀ, ਠੀਕ ਹੈ ਜੀ, ਮੇ ਵੀ ਹੋ ਵੀ ਸਕਦੀ ਆ। ਬਟ ਜੇ ਆਪਾਂ ਨੌਰਥ ਪੋਲ ਦੀ ਜਾਂ ਸਾਊਥ ਪੋਲ ਦੀ ਗੱਲ ਕਰੀਏ, ਉੱਥੇ ਗ੍ਰੈਵੀਟੇਸ਼ਨਲ ਦੀ ਵੈਲਿਊ ਚੇਂਜ ਆਉਂਦੀ ਆ। ਹੁਣ ਜੇ ਮੈਂ ਗੱਲ ਕਰਾਂ ਕਿ ਵੇਟ ਦੀ ਗੱਲ ਕਰਾਂ, ਉਹ 2 kg ਦਾ ਜਿਹੜਾ ਮੈਟਰ ਆ, ਠੀਕ ਹੈ ਜੀ, ਜਿਹੜਾ ਬੋਡੀ ਮੈਂ ਲੈ ਕੇ ਗਿਆ ਨੌਰਥ ਪੋਲ ਦੇ ਉੱਤੇ, ਉੱਥੇ ਵੇਟ ਦੀ ਵੈਲਿਊ ਕੁਛ ਹੋਰ ਆਊਗੀ, ਕਿਉਂਕਿ ਇਹ ਫੋਰਸ ਆ।
ਫੋਰਸ ਕੀ ਆ, ਫੋਰਸ ਨਿਊਟਨ ਦੇ ਵਿੱਚ ਕਾਊਂਟ ਕਰਦੇ ਆ, ਠੀਕ ਆ ਜੀ। ਸੋ ਗ੍ਰੈਵੀਟੇਸ਼ਨਲ ਪੁੱਲ ਨੂੰ ਜਦੋਂ ਆਪਾਂ ਮਲਟੀਪਲਾਈ ਕਰਾਂਗੇ, ਠੀਕ ਆ ਜੀ, ਉੱਥੇ ਗ੍ਰੈਵੀਟੇਸ਼ਨਲ ਪੁੱਲ ਦੀ ਜੋ ਵੈਲਿਊ ਹੋਊਗੀ ਉਹਨਾਂ ਨਾਲ ਮਲਟੀਪਲਾਈ ਕਰਾਂਗੇ 2 kg ਦੇ ਵਿੱਚ, ਤਾਂ ਉਹਦੀ ਵੈਲਿਊ ਕੁਛ ਹੋਰ ਹੋਊਗੀ। ਜੇ ਸਾਊਥ ਪੋਲ 'ਤੇ ਲੈ ਜਾਵਾਂ ਉੱਥੇ ਵੈਲਿਊ ਕੁਛ ਹੋਰ ਹੋਊਗੀ, ਜੇ ਇਹੀ ਵੈਲਿਊ ਮੈਂ ਮੂਨ 'ਤੇ ਲੈ ਜਾਵਾਂ ਉੱਥੇ ਕੁਛ ਹੋਰ ਹੋਊਗੀ, ਠੀਕ ਆ ਜੀ। ਸੋ ਗੱਲ ਸਾਰੀ ਹੈਗੀ ਆ ਗ੍ਰੈਵੀਟੇਸ਼ਨਲ ਫੋਰਸ ਦੀ। ਗ੍ਰੈਵੀਟੇਸ਼ਨਲ ਫੋਰਸ ਅਰਥ ਦੀ ਕੁਛ ਹੋਰ ਆ, ਠੀਕ ਆ। ਅਰਥ ਦੇ ਵਿੱਚ ਹੀ ਕੁਛ ਪਾਰਟ ਇੱਦਾਂ ਦੇ ਉੱਥੇ ਕੁਛ ਹੋਰ ਆ, ਠੀਕ ਆ ਜੀ। ਨੌਰਥ ਵਿੱਚ ਹੋਰ, ਨੌਰਥ ਪੋਲ 'ਚ ਕੁਛ ਹੋਰ ਆ, ਸਾਊਥ ਵਿੱਚ ਕੁਛ ਹੋਰ ਆ। ਫਿਰ ਮੂਨ 'ਤੇ ਲੈ ਗਿਆ, ਮੂਨ 'ਤੇ ਕੁਛ ਹੋਰ ਵੈਲਿਊ ਆਊਗੀ। ਮਾਰਸ 'ਤੇ ਲੈ ਗਿਆ, ਮਾਰਸ 'ਤੇ ਗ੍ਰੈਵੀਟੇਸ਼ਨਲ ਪੁੱਲ ਦੀ ਵੈਲਿਊ ਕੁਛ ਹੋਰ ਆ। ਜੂਪੀਟਰ 'ਤੇ ਕੁਛ ਹੋਰ ਆ। ਸੋ ਉਹ ਕੀ ਵੇਟ ਦੀ ਵੈਲਿਊ ਤੁਹਾਡੀ ਉਸ ਗ੍ਰੈਵੀਟੇਸ਼ਨਲ ਪੁੱਲ ਦੇ ਹਿਸਾਬ ਨਾਲ ਮਲਟੀਪਲਾਈ ਹੁੰਦੇ ਹੁੰਦੇ ਉਹ ਚੇਂਜ ਹੁੰਦੀ ਜਾਏਗੀ, ਠੀਕ ਆ ਜੀ। ਇਹਦਾ ਮਤਲਬ ਇਹ ਆ। ਥਰਡ ਪੁਆਇੰਟ ਹੀ ਸਕੇਲਰ ਕੁਆਂਟਿਟੀ ਆ, ਆਪਾਂ ਗੱਲ ਕੀਤੀ ਹੈ ਸਕੇਲਰ ਕੁਆਂਟਿਟੀ ਕੀ, ਜਿਹਦਾ ਸੇ ਮੈਗਨੀਟਿਊਡ ਹੀ ਦੱਸਦਾ। ਜਿੱਦਾਂ ਮੈਂ ਕਿਹਾ 2 kg, 2 kg ਕੀ ਆ, ਉਹ ਕੀ ਉਹਦਾ ਸਕੇਲਰ ਕੁਆਂਟਿਟੀ ਆ। ਉੱਧਰ ਗੱਲ ਕਰਦੇ ਆ ਵੇਟ ਦੀ, ਵੇਟ ਕੀ ਹੈ ਵੈਕਟਰ ਕੁਆਂਟਿਟੀ, ਵੈਕਟਰ ਕੁਆਂਟਿਟੀ ਕੀ ਆ, ਠੀਕ ਹੈ। ਵੈਕਟਰ ਕੁਆਂਟਿਟੀ ਕਿਉਂ ਕਹਿੰਦੇ ਪਿਆ, ਕਿਉਂਕਿ ਫੋਰਸ ਜਿਹੜੀ ਹੈ ਗ੍ਰੈਵੀਟੇਸ਼ਨਲ ਉਹ ਕਿੱਧਰ ਨੂੰ ਲੱਗਦੀ ਪਈ ਆ, ਟੂਵਰਡਸ ਦ ਸੈਂਟਰ ਆਫ ਦਾ ਅਰਥ, ਉੱਧਰਲੇ ਪਾਸੇ ਉਹਦੀ ਫੋਰਸ ਲੱਗਦੀ ਪਈ ਆ। ਸੋ ਡਾਇਰੈਕਸ਼ਨ ਸਾਨੂੰ ਪਤਾ ਆ, ਠੀਕ ਆ ਜੀ। ਮਾਊਂਟ ਸਾਨੂੰ ਪਤਾ ਆ। ਸੋ ਇਸ ਹਿਸਾਬ ਨਾਲ ਆਪਾਂ ਦੱਸ ਸਕਦੇ ਹਾਂ ਕਿ ਗ੍ਰੈਵੀਟੇਸ਼ਨਲ ਪੁੱਲ ਦੇ ਹਿਸਾਬ ਨਾਲ ਆਪਾਂ ਦੱਸ ਸਕਦੇ ਹਾਂ ਕਿ ਵੇਟ ਦੀ ਸੋ ਡਾਇਰੈਕਸ਼ਨ ਕੀ ਆ, ਐਜ਼ ਵੈਲ ਐਜ਼ ਉਹਦੀ ਅਮਾਊਂਟ ਕੀ ਆ, ਠੀਕ ਆ ਜੀ, ਬੋਡੀ ਦੀ। ਸੋ ਵੈਕਟਰ ਕੁਆਂਟਿਟੀ 'ਚ ਕਾਊਂਟ ਕਰਦੇ ਹਾਂ ਵੇਟ ਨੂੰ ਆਪਾਂ। ਨੈਕਸਟ ਇਜ਼ ਪਤਾ ਹੀ ਆ ਤੁਹਾਨੂੰ ਮਾਸ ਆਪਾਂ ਕਿਸ ਉਹਦੇ ਯੂਨਿਟ ਕੀ ਆ, kg ਆ। ਅਤੇ ਇਹਦੇ ਜਿਹੜੇ ਯੂਨਿਟ ਹੈਗੇ ਆ, ਇਹ ਫੋਰਸ ਆ। ਫੋਰਸ ਦੇ ਹਮੇਸ਼ਾ ਯੂਨਿਟ ਕੀ ਹੁੰਦੇ ਆ, SI ਯੂਨਿਟ ਹੁੰਦੇ ਆ ਨਿਊਟਨ, ਅਤੇ CGS SI ਅਤੇ MKS ਦੋਨੋਂ ਸੇਮ ਹੀ ਹੁੰਦੇ ਆ ਤਕਰੀਬਨ। ਸੋ ਨਿਊਟਨ ਹੁੰਦੇ ਆ। ਅਤੇ ਜੇ ਮੈਂ CGS ਦੀ ਗੱਲ ਕਰਾਂ ਉਹ 'ਚ ਹੁੰਦੇ ਡਾਈਨ, ਫੋਰਸ ਦੇ ਯੂਨਿਟ ਹੁੰਦੇ ਡਾਈਨ, ਠੀਕ ਹੈ। ਸੋ ਡਾਈਨ ਆਪਾਂ ਕਹਿੰਦੇ ਆ ਫੋਰਸ ਦੇ ਯੂਨਿਟ ਇਨ CGS ਸਿਸਟਮ ਦੇ ਵਿੱਚ, ਠੀਕ ਹੈ ਜੀ। ਆਪਾਂ ਪਿੱਛੇ ਹੁਣੀ ਪੜ੍ਹ ਕੇ ਹਟੇ ਆ ਕਿੰਨੇ ਤਰ੍ਹਾਂ ਦੇ ਸਿਸਟਮ ਹੁੰਦੇ ਆ, ਠੀਕ ਹੈ ਜੀ। ਉਹਦੇ ਵਿੱਚ ਉਸ ਹਿਸਾਬ ਨਾਲ CGS ਦੇ ਵਿੱਚ ਆਪਾਂ ਡਾਈਨ ਕਹਿੰਦੇ ਆ ਅਤੇ SI ਦੇ ਵਿੱਚ ਆਪਾਂ ਨਿਊਟਨ ਕਹਿੰਦੇ ਆ। ਇੱਕ ਪੁਆਇੰਟ ਰਹਿ ਗਿਆ ਸਾਡਾ, ਉੱਪਰਲਾ ਪੁਆਇੰਟ ਆਪਾਂ ਮਿਸ ਕਰ ਗਏ ਆ। ਇਹ ਹੈਗਾ ਇਟਸ ਵੈਲਿਊ ਕੈਨ ਨੈਵਰ ਬੀ ਜ਼ੀਰੋ। ਅਤੇ ਵੇਟ ਦੀ ਵੈਲਿਊ ਇਟ ਕੈਨ ਬੀ ਜ਼ੀਰੋ। ਮਾਸ ਦੀ ਵੈਲਿਊ ਜਿੱਥੇ ਮਰਜ਼ੀ ਲੈ ਜਾਓ, ਜਿਹੜੀ ਮਰਜ਼ੀ ਪਲੇਸ 'ਤੇ ਲੈ ਜਾਓ, ਇਹਦੀ ਵੈਲਿਊ ਕਦੀ ਵੀ ਜ਼ੀਰੋ ਨਹੀਂ ਹੋਊਗੀ, ਕਿਉਂਕਿ ਬੋਡੀ ਜਿਹੜੀ ਬਣੀ ਹੋਈ ਹੈ ਮੈਟਰ ਦੀ ਬਣੀ, ਉਹ ਜਿਹੜੇ ਮੋਲੀਕਿਊਲਸ ਦੀ ਬਣੀ ਹੋਈ ਹੈ, ਉਹਦਾ ਭਾਰ ਕਦੀ ਵੀ ਜ਼ੀਰੋ ਨਹੀਂ ਹੋ ਸਕਦਾ, ਠੀਕ ਆ ਜੀ। ਬਟ ਜੇ ਆਪਾਂ ਗੱਲ ਕਰੀਏ ਵੇਟ ਦੀ ਵੈਲਿਊ ਜ਼ੀਰੋ ਹੋ ਸਕਦੀ ਹੈ। ਕਿਉਂਕਿ ਇਹ ਡਿਪੈਂਡ ਕਰਦੀ ਪਈ ਹੈ ਗ੍ਰੈਵੀਟੇਸ਼ਨਲ ਪੁੱਲ ਦੇ ਉੱਤੇ। ਅਤੇ ਆਪਾਂ ਜੇ ਗੱਲ ਕਰੀਏ ਗ੍ਰੈਵੀਟੇਸ਼ਨਲ ਪੁੱਲ ਦੀ, ਅਤੇ ਸੈਂਟਰ ਜੋ ਅਰਥ ਦਾ ਸੈਂਟਰ ਆ, ਉੱਥੇ ਗ੍ਰੈਵੀਟੇਸ਼ਨ ਕੀ ਆ, ਉਹ ਤਾਂ ਰੀਜਨ ਆ ਨਾ ਉੱਥੇ ਗ੍ਰੈਵੀਟੇਸ਼ਨ ਦਾ। ਉੱਥੇ ਗ੍ਰੈਵੀਟੇਸ਼ਨ ਕੀ ਹੈ ਤੁਹਾਡੀ, ਜ਼ੀਰੋ। ਜਿੱਥੇ ਗ੍ਰੈਵੀਟੇਸ਼ਨ ਹੀ ਜ਼ੀਰੋ ਆ, ਠੀਕ ਹੈ। ਜਿੱਦਾਂ ਆਪਾਂ ਅਰਥ ਦੇ ਵਿੱਚ ਮੂਵ ਕਰਦੇ ਜਾਵਾਂਗੇ, ਗ੍ਰੈਵੀਟੇਸ਼ਨਲ ਫੋਰਸ ਦੀ ਵੈਲਿਊ ਵੀ ਚੇਂਜ ਹੁੰਦੀ ਜਾਏਗੀ, ਅਤੇ ਇੱਕ ਸੈਂਟਰ ਦੇ ਪੁਆਇੰਟ 'ਤੇ ਜਾ ਕੇ ਕੀ ਹੋ ਜੂਗੀ, ਉਹ ਜ਼ੀਰੋ ਹੋ ਜੂਗੀ। ਸੋ ਮਲਟੀਪਲਾਈ ਦੀ ਗੱਲ ਕੀਤੀ ਸੀ ਮੈਂ, 2 kg ਆ, 2 kg ਨੂੰ ਮਲਟੀਪਲਾਈ ਕਰੋ ਗ੍ਰੈਵੀਟੇਸ਼ਨਲ ਪੁੱਲ ਦੇ ਨਾਲ, ਗ੍ਰੈਵੀਟੇਸ਼ਨਲ ਪੁੱਲ ਦੀ ਵੈਲਿਊ 9.81, ਜੇ ਆਪਾਂ ਉਸ ਵੈਲਿਊ ਨਾਲ ਮਲਟੀਪਲਾਈ ਕਰੀਏ, ਜੇ ਮੈਂ ਉਹ ਸੈਂਟਰ 'ਚ ਚਲੇ ਜਾਵਾਂ, ਉਹ ਕੀ ਬਣ ਜਾਊਗੀ, ਜ਼ੀਰੋ ਬਣ ਜਾਏਗੀ। ਸੋ ਜ਼ੀਰੋ ਨਾਲ ਮਲਟੀਪਲਾਈ ਕਰੋਗੇ ਤਾਂ ਆਂਸਰ ਕੀ ਆਊਗਾ, ਜ਼ੀਰੋ ਆ ਜਾਏਗਾ। ਸੋ ਵੇਟ ਦੀ ਵੈਲਿਊ ਜ਼ੀਰੋ ਹੋ ਸਕਦੀ ਹੈ, ਪਰ ਮਾਸ ਦੀ ਵੈਲਿਊ ਕਦੀ ਵੀ ਜ਼ੀਰੋ ਨਹੀਂ ਹੋ ਸਕਦੀ, ਠੀਕ ਹੈ ਜੀ। ਸੋ ਬੇਟਾ ਅੱਜ ਦੇ ਲਈ ਇੰਨਾ ਹੀ, ਬਾਕੀ ਆਪਾਂ ਨੈਕਸਟ ਟਾਈਮ ਕਰਾਂਗੇ, ਠੀਕ ਹੈ ਜੀ। ਕੋਈ ਵੀ ਤੁਹਾਡੇ ਕਿਊਰੀਜ਼ ਹੋਈਆਂ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਕਿਊਰੀਜ਼ ਨੂੰ ਲਿਖ ਸਕਦੇ ਹੋ, ਅਤੇ ਕੋਈ ਵੀ ਅਤੇ ਉਹਦੇ ਬਾਰੇ ਪਤਾ ਕਰ ਸਕਦੇ ਹੋ। ਸੋ ਅੱਜ ਦੇ ਲਈ ਥੈਂਕ ਯੂ, ਬਾਕੀ ਆਪਾਂ ਨੈਕਸਟ ਟਾਈਮ ਦੇਖਾਂਗੇ। ਓਕੇ ਜੀ।